ਪਿਆਰੇ ਵਿਦਿਆਰਥੀਓ, 7ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਹਫ਼ਤਾਵਾਰ 9ਵੀਂ ਅਭਿਆਸ ਸੀਟ ਨੂੰ ਅੱਜ ਆਪਾਂ ਸੋਲਵ ਕਰਦੇ ਹਾਂ। ਤਾਂ ਇਸ ਦੇ ਵਿੱਚ ਜਿਹੜੇ ਸਵਾਲ ਨੇ ਉਹਨਾਂ ਨੂੰ ਆਪਾਂ ਸੋਲਵ ਕਰਦੇ ਹਾਂ। ਤਾਂ ਪਹਿਲਾ ਸਵਾਲ ਤੁਸੀਂ ਦੇਖੋ, ਤੁਹਾਨੂੰ ਭਾਰਤ ਦਾ ਮੈਪ ਦਿੱਤਾ ਹੋਇਆ, ਇੱਕ ਰਾਜ ਦਿਖਾਈ ਦਿੰਦਾ ਬਿਹਾਰ। ਤਾਂ ਤੁਸੀਂ ਦੱਸਣਾ ਕਿ ਇੱਥੇ ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਹੈ ਜਿਸ ਨੂੰ ਕੁਮਾਰ ਗੁਪਤ ਨੇ 5ਵੀਂ ਸਦੀ ਦੌਰਾਨ ਬਣਾਇਆ ਸੀ। ਇਹ ਬੁੱਧ ਧਰਮ ਦੀ ਸਿੱਖਿਆ ਦਾ ਪ੍ਰਸਿੱਧ ਕੇਂਦਰ ਸੀ। ਇਸ ਯੂਨੀਵਰਸਿਟੀ ਦਾ ਤੁਸੀਂ ਨਾਮ ਦੱਸਣਾ। ਦੂਸਰੀ ਆਪਸ਼ਨ ਨਾਲੰਦਾ ਯੂਨੀਵਰਸਿਟੀ। ਨਾਲੰਦਾ ਯੂਨੀਵਰਸਿਟੀ ਨੂੰ ਕੁਮਾਰ ਗੁਪਤ ਪਹਿਲੇ ਨੇ 5ਵੀਂ ਸਦੀ ਦੇ ਦੌਰਾਨ ਬਣਵਾਇਆ ਸੀ ਅਤੇ ਇਸ ਕੇਂਦਰ ਦੇ ਵਿੱਚ ਬੁੱਧ ਧਰਮ ਦੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਸੀ। ਇਹ ਯੂਨੀਵਰਸਿਟੀ ਅੱਜ ਕੱਲ੍ਹ ਬਿਹਾਰ ਰਾਜ ਦੇ ਵਿੱਚ ਸਥਿਤ ਹੈ ਅਤੇ ਅੱਜ ਕੱਲ੍ਹ ਤਾਂ ਇਸ ਦੇ ਖੰਡਰ ਮਿਲਦੇ ਹਨ। ਨਾਲੰਦਾ ਯੂਨੀਵਰਸਿਟੀ ਬਿਲਕੁਲ ਸਹੀ। ਦੂਸਰਾ ਸਵਾਲ, ਤੁਸੀਂ ਇੱਕ ਵਿਦੇਸ਼ੀ ਯਾਤਰੀ ਹੋ। ਆਪਣੀ ਯਾਤਰਾ ਦੌਰਾਨ ਤੁਸੀਂ ਦਿੱਲੀ ਸਲਤਨਤ ਦੇ ਇੱਕ ਸ਼ਕਤੀਸ਼ਾਲੀ ਸ਼ਾਸਕ ਦੇ ਰਾਜ ਵਿੱਚ ਪਹੁੰਚੇ ਹੋ। ਤੁਸੀਂ ਵੇਖਦੇ ਹੋ ਕਿ ਸਾਰੇ ਲੋਕ ਉੱਥੋਂ ਆਪਣੀ ਰਾਜਧਾਨੀ ਦਿੱਲੀ ਨੂੰ ਛੱਡ ਕੇ ਦੌਲਤਾਬਾਦ ਜਾ ਰਹੇ ਸਨ। ਤੁਸੀਂ ਉਹਨਾਂ ਤੋਂ ਇਸ ਦਾ ਕਾਰਨ ਪੁੱਛਦੇ ਹੋ। ਉਹ ਕਹਿੰਦੇ ਹਨ ਕਿ ਉਹਨਾਂ ਦੇ ਬਾਦਸ਼ਾਹ ਦਾ ਫਰਮਾਨ ਹੈ। ਤੁਸੀਂ ਦਿੱਲੀ ਦੇ ਕਿਹੜੇ ਬਾਦਸ਼ਾਹ ਦੀ ਰਾਜਧਾਨੀ ਵਿੱਚ ਹੋ? ਤਾਂ ਇਸ ਦਾ ਆਪਸ਼ਨ ਪਹਿਲਾ ਮੁਹੰਮਦ ਬਿਨ ਤੁਗਲਕ। ਤਾਂ ਮੁਹੰਮਦ ਬਿਨ ਤੁਗਲਕ ਨੇ ਕੀ ਕਰਿਆ ਸੀ? ਆਪਦੀ ਰਾਜਧਾਨੀ ਦਿੱਲੀ ਤੋਂ ਛੱਡ ਕੇ ਦੌਲਤਾਬਾਦ ਬਣਾਈ ਸੀ ਅਤੇ ਇਹਨਾਂ ਨੂੰ ਪੜ੍ਹਿਆ ਲਿਖਿਆ ਮੂਰਖ ਬਾਦਸ਼ਾਹ ਵੀ ਕਿਹਾ ਜਾਂਦਾ। ਮੁਹੰਮਦ ਬਿਨ ਤੁਗਲਕ ਬਿਲਕੁਲ ਸਹੀ ਹੈ। ਤੀਸਰੇ ਸਵਾਲ ਦੇ ਵਿੱਚ ਕਥਨਾਂ ਦਾ ਵਿਸ਼ਲੇਸ਼ਣ ਕਰਨਾ। ਕਿਹੜਾ ਕਥਨ ਸਹੀ ਹੈ? ਅਲਾਉਦੀਨ ਖਿਲਜੀ ਨੇ ਖੇਤੀਬਾੜੀ ਦੀ ਨਿਗਰਾਨੀ ਕਰਨ ਦੇ ਲਈ ਦੀਵਾਨ-ਏ-ਮੁਸ਼ਤਕ-ਰਾਜ ਨਾਂ ਦੇ ਵਿਭਾਗ ਦੀ ਸਥਾਪਨਾ ਕੀਤੀ ਸੀ। ਬਿਲਕੁਲ ਗਲਤ। ਫਿਰੋਜ਼ ਸ਼ਾਹ ਤੁਗਲਕ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ ਅਤੇ ਸਿੰਚਾਈ ਲਈ ਬਹੁਤ ਸਾਰੀਆਂ ਨਹਿਰਾਂ ਨੂੰ ਖੁਦਵਾਈ ਕਰਵਾਈ। ਬਿਲਕੁਲ ਸਹੀ। ਇਸ ਲਈ ਆਪਸ਼ਨ ਤੀਸਰਾ ਕਥਨ ਊੜਾ ਗਲਤ ਹੈ ਅਤੇ ਆੜਾ ਕਥਨ ਸਹੀ ਹੈ। ਬਿਲਕੁਲ ਸਹੀ ਤੀਸਰਾ ਆਪਸ਼ਨ। ਤਸਵੀਰ ਦੇ ਵਿੱਚ ਤੁਹਾਨੂੰ ਇੱਕ ਪ੍ਰਾਚੀਨ ਇਮਾਰਤ ਦਿਖਾਈ ਦਿੰਦੀ ਆ ਜਿਹੜੀ ਦਿੱਲੀ ਦੇ ਵਿੱਚ ਸਥਿਤ ਹੈ। ਇਸ ਦੀ ਜਿਹੜੀ ਉਚਾਈ ਹੈ 73 ਮੀਟਰ ਹੈ। ਇਸ ਨੂੰ ਦਾਸ ਵੰਸ਼ ਦੇ ਸੰਸਥਾਪਕ ਕੁਤਬਉਦੀਨ ਐਬਕ ਨੇ ਬਣਾਇਆ ਸੀ। ਤਾਂ ਇਸ ਇਮਾਰਤ ਦਾ ਨਾਮ ਕੀ ਹੈ? ਕੁਤਬ ਮੀਨਾਰ, ਜਿਹੜੀ ਕਿ ਦਿੱਲੀ ਦੇ ਵਿੱਚ ਅੱਜ ਵੀ ਸਥਿਤ ਹੈ। ਕੁਤਬ ਮੀਨਾਰ। ਤੁਹਾਨੂੰ ਸਕੂਲ ਵਿੱਚ ਇੱਕ ਰੋਲ ਪਲੇਅ ਦੌਰਾਨ ਇੱਕ ਅਜਿਹੀ ਇਸਤਰੀ ਦੀ ਭੂਮਿਕਾ ਨਿਭਾਉਣ ਲਈ ਕਿਹਾ ਜਾਂਦਾ ਹੈ ਜੋ ਉਸ ਸਮੇਂ ਦੇ ਰਵਾਇਤੀ ਅਸੂਲਾਂ ਨੂੰ ਛੱਡ ਕੇ ਆਪਣੇ ਪਤੀ ਬਾਦਸ਼ਾਹ ਜਹਾਂਗੀਰ ਨਾਲ ਸਿੰਘਾਸਣ 'ਤੇ ਬੈਠੀ ਸੀ। ਉਸਨੇ ਮਹੱਤਵਪੂਰਨ ਮੁੱਦਿਆਂ 'ਤੇ ਆਪਣੀ ਸਲਾਹ ਦਿੱਤੀ ਸੀ। ਬਾਦਸ਼ਾਹ ਨੂੰ ਸਿੱਕੇ ਵੀ ਜਾਰੀ ਕੀਤੇ ਗਏ। ਕਈ ਇਮਾਰਤਾਂ ਦੇ ਨਮੂਨੇ ਉਸਨੇ ਤਿਆਰ ਕਰਵਾਏ। ਦੱਸੋ ਉਹ ਕਿਸ ਦੀ ਭੂਮਿਕਾ ਨਿਭਾਉਣ ਲਈ ਤੁਹਾਨੂੰ ਕਿਹਾ ਗਿਆ ਹੈ? ਤਾਂ ਬਾਦਸ਼ਾਹ ਜਹਾਂਗੀਰ ਦੀ ਪਤਨੀ ਦਾ ਨਾਮ ਕੀ ਸੀ? ਨੂਰ ਜਹਾਂ। ਬਿਲਕੁਲ ਸਹੀ ਆਪਸ਼ਨ ਦੂਸਰਾ। 6ਵਾਂ ਸਵਾਲ, ਮੱਧਕਾਲੀਨ ਯੁੱਗ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਨੇ ਵਿਸ਼ਵਾਸ, ਰੀਤੀ ਰਿਵਾਜ ਅਤੇ ਧਾਰਮਿਕ ਸੰਪਰਦਾਵਾਂ ਦਾ ਵਿਕਾਸ ਹੋਇਆ। ਤਾਂ ਕਾਲਮ ਪਹਿਲੇ ਨੂੰ ਅਸੀਂ ਦੂਸਰੇ ਦੇ ਨਾਲ ਮੈਚ ਕਰਨਾ। ਉਲਮਾ ਕੌਣ ਸਨ? ਮੁਸਲਿਮ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ। ਸਿੱਖ ਧਰਮ ਦਾ ਸੰਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੈ। ਇਸਲਾਮ ਧਰਮ ਹਜ਼ਰਤ ਮੁਹੰਮਦ। ਇਸ ਲਈ ਆਪਸ਼ਨ ਚੌਥੀ ਬਿਲਕੁਲ ਸਹੀ ਹੈ। 7ਵਾਂ ਸਵਾਲ ਦੇਖੋ, ਮੱਧ ਏਸ਼ੀਆ ਦਾ ਉਹ ਕਿਹੜਾ ਸ਼ਾਸਕ ਸੀ ਜਿਸ ਨੇ ਤੁਗਲਕ ਸਾਮਰਾਜ ਦਾ ਪਤਨ ਕਰ ਦਿੱਤਾ ਸੀ? ਤਾਂ ਤੁਗਲਕ ਵੰਸ਼ ਨੂੰ ਸਮਾਪਤ ਕਰਨ ਵਾਲਾ ਕੌਣ ਸੀ? ਤੈਮੂਰ। ਤੈਮੂਰ ਦੇ ਹਮਲਿਆਂ ਤੋਂ ਬਾਅਦ ਆ ਜਿਹੜਾ ਤੁਗਲਕ ਸਾਮਰਾਜ ਪਤਨ ਦੇ ਵੱਲ ਵੱਧਦਾ ਹੈ। ਪਹਿਲੀ ਆਪਸ਼ਨ ਤੈਮੂਰ ਬਿਲਕੁਲ ਸਹੀ। ਹੁਣ ਆਪਾਂ ਜਿਓਗ੍ਰਾਫੀ ਦੇ ਕੁਛ ਕੁ ਸਵਾਲਾਂ ਵੱਲ ਚੱਲਦੇ ਹਾਂ। ਸਮੀਰ ਆਪਣੇ ਸਾਥੀਆਂ ਨਾਲ ਘੁੰਮਣ ਲਈ ਇੱਕ ਡੈਲਟਾਈ ਖੇਤਰ ਦੇ ਵਿੱਚ ਗਿਆ ਜੋ ਗੰਗਾ ਅਤੇ ਬ੍ਰਹਮਪੁੱਤਰਾ ਨਦੀਆਂ ਮਿਲ ਕੇ ਬਣਾਉਂਦੀਆਂ ਹਨ।
ਇਹ ਡੈਲਟਾ ਪ੍ਰਸਿੱਧ ਰਾਇਲ ਬੰਗਾਲ ਟਾਈਗਰ ਦਾ ਘਰ ਮੰਨਿਆ ਜਾਂਦਾ ਹੈ। ਜਦੋਂ ਸਮੀਰ ਆਪਣੇ ਸਾਥੀਆਂ ਨਾਲ ਘੁੰਮਣ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਥਾਂ ਦੇ ਉੱਪਰ ਗਿਆ ਸੀ? ਤਾਂ ਇਸ ਡੈਲਟੇ ਦਾ ਤੁਸੀਂ ਨਾਮ ਦੱਸਣਾ ਜਿੱਥੇ ਰਾਇਲ ਬੰਗਾਲ ਟਾਈਗਰ ਪਾਇਆ ਜਾਂਦਾ ਹੈ। ਤੀਸਰਾ ਆਪਸ਼ਨ ਸੁੰਦਰਬਨ ਡੈਲਟਾ। ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਮਿਲ ਕੇ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਬਣਾਉਂਦੀਆਂ ਹਨ, ਸੁੰਦਰਬਨ ਡੈਲਟਾ। 9ਵਾਂ ਸਵਾਲ ਫਿਰ ਅਤੇ ਜੀਓਗ੍ਰਾਫੀ ਦੇ ਵਿੱਚੋਂ, ਡੇਵਿਡ ਦਾ ਘਰ ਉਸ ਖੇਤਰ ਵਿੱਚ ਹੈ ਜਿਸ ਨੂੰ ਸਦਾਬਹਾਰ ਸੰਘਣੇ ਜੰਗਲ ਵੀ ਆਖਿਆ ਜਾਂਦਾ ਹੈ। ਇੱਥੇ ਲਗਾਤਾਰ ਸਾਰਾ ਸਾਲ ਆ ਜਿਹੜਾ ਤਾਪਮਾਨ ਉੱਚਾ ਰਹਿੰਦਾ, ਵਰਖਾ ਸਾਰਾ ਸਾਲ ਹੁੰਦੀ ਰਹਿੰਦੀ ਆ। ਇਹਨਾਂ ਵਣਾਂ ਦੀ ਉੱਪਰਲੀਆਂ ਟਹਿਣੀਆਂ ਆਪਸ ਵਿੱਚ ਇਸ ਤਰ੍ਹਾਂ ਮਿਲ ਜਾਂਦੀਆਂ ਹਨ ਕਿ ਇੱਕ ਛਤਰੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਦੱਸੋ ਡੇਵਿਡ ਕਿਹੜੇ ਖੇਤਰ ਵਿੱਚ ਰਹਿੰਦਾ ਹੈ? ਤਾਂ ਡੇਵਿਡ ਭੂ-ਮੱਧ ਰੇਖੀ ਵਣਾਂ ਦੇ ਵਿੱਚ ਰਹਿੰਦਾ। ਆਪਸ਼ਨ ਪਹਿਲੀ ਬਿਲਕੁਲ ਸਹੀ ਹੈ। ਤਾਂ ਭੂ-ਮੱਧ ਰੇਖੀ ਵਣਾਂ ਦੇ ਵਿੱਚ ਕੀ ਹੁੰਦਾ, ਜਿਹੜੀਆਂ ਛਤਰੀਆਂ ਬਣ ਜਾਂਦੀਆਂ ਨੇ, ਦਰਖਤ ਕਾਫੀ ਜ਼ਿਆਦਾ ਉੱਚੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਧੁੱਪ ਵਧੀਆ ਮਿਲਦੀ ਹੈ ਅਤੇ ਵਰਖਾ ਵੀ ਉੱਥੇ ਹੁੰਦੀ ਰਹਿੰਦੀ ਆ। ਆਪਸ਼ਨ ਪਹਿਲਾ ਬਿਲਕੁਲ ਸਹੀ ਹੈ। 10ਵਾਂ ਸਵਾਲ, ਗੁਰਲੀਨ ਆਪਣੇ ਛੋਟੇ ਭਰਾ ਨੂੰ ਦੱਸਦੀ ਹੈ ਕਿ ਪਿਛਲੇ ਹਫ਼ਤੇ ਉਹਨਾਂ ਦੇ ਅਧਿਆਪਕ ਨੇ ਉਹਨਾਂ ਨੂੰ ਗੁਜਰਾਤ ਦੇ ਇੱਕ ਮਸ਼ਹੂਰ ਰਾਸ਼ਟਰੀ ਪਾਰਕ ਵਿੱਚ ਟੂਰ 'ਤੇ ਲੈ ਕੇ ਗਏ ਜਿੱਥੇ ਸ਼ੇਰ ਅਤੇ ਚੀਤੇ ਵੇਖੇ ਉਹਨਾਂ ਨੇ। ਤਾਂ ਗੁਜਰਾਤ ਦੇ ਵਿੱਚ ਕਿਹੜਾ ਰਾਸ਼ਟਰੀ ਪਾਰਕ ਆ? ਦੂਸਰਾ ਆਪਸ਼ਨ ਗਿਰ ਨੈਸ਼ਨਲ ਪਾਰਕ, ਜਿੱਥੇ ਸ਼ੇਰ ਅਤੇ ਚੀਤੇ ਮਿਲਦੇ ਹਨ, ਬਿਲਕੁਲ ਸਹੀ। 11ਵਾਂ ਸਵਾਲ ਦੇਖੋ, ਭਾਰਤ ਦੇ ਨਕਸ਼ੇ ਦੇ ਵਿੱਚ ਛਾਇਆਦਾਰ ਖੇਤਰ ਤੁਹਾਨੂੰ ਦਿਖਾਇਆ ਗਿਆ ਹੈ। ਤਾਂ ਇੱਥੇ ਕਿਸ ਪ੍ਰਕਾਰ ਦੀ ਵਨਸਪਤੀ ਹੈ ਜਿਹੜੀ ਤੁਹਾਨੂੰ ਦੇਖਣ ਨੂੰ ਮਿਲਦੀ ਹੈ? ਚੌਥਾ ਆਪਸ਼ਨ ਬਿਲਕੁਲ ਸਹੀ, ਪਰਬਤੀ ਵਰਖੋਤੀ। ਪਰਬਤੀ ਵਨਸਪਤੀ ਪਹਾੜੀ ਏਰੀਆ ਦੇ ਵਿੱਚ ਪਾਈ ਜਾਂਦੀ ਹੈ। ਜੰਮੂ ਅਤੇ ਕਸ਼ਮੀਰ, ਲੱਦਾਖ, ਉੱਤਰਾਖੰਡ ਅਤੇ ਹਿਮਾਚਲ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਇੱਥੇ ਤੁਹਾਨੂੰ ਛਾਇਆਦਾਰ ਕੀਤਾ ਹੋਇਆ ਨਜ਼ਰ ਆ ਰਿਹਾ ਹੈ, ਬਿਲਕੁਲ ਸਹੀ। 12ਵਾਂ ਸਵਾਲ, ਜੈਵ ਵਿਭਿੰਨਤਾ ਲਈ ਜੰਗਲਾਂ ਦੀ ਸੰਭਾਲ ਕਿਉਂ ਜ਼ਰੂਰੀ ਹੈ? ਉਪਰੋਕਤ ਸਾਰੇ ਕਾਰਨਾਂ ਕਰਕੇ, ਕਿਉਂਕਿ ਜੰਗਲ ਮਨੁੱਖ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਜੰਗਲੀ ਜੀਵਾਂ ਲਈ ਨਿਵਾਸ ਸਥਾਨ ਪ੍ਰਦਾਨ ਕਰਦੇ ਹਨ, ਬਿਲਕੁਲ ਸਹੀ। ਜੰਗਲ ਵਾਤਾਵਰਣ ਦਾ ਸੰਤੁਲਨ ਬਣਾ ਕੇ ਰੱਖਦੇ ਹਨ, ਬਿਲਕੁਲ ਸਹੀ। ਇਸ ਲਈ ਉਪਰੋਕਤ ਸਾਰੇ ਫੈਕਟਰ ਸਹੀ ਹਨ। ਤਸਵੀਰ ਦੇ ਵਿੱਚ ਤੁਹਾਨੂੰ ਇੱਕ ਮਿੱਟੀ ਦਿਖਾਈ ਗਈ ਹੈ। ਤਾਂ ਇੱਥੇ ਬਨਸਪਤੀ ਦੀ ਕਿਹੜੀ ਕਿਸਮ ਨੂੰ ਦਰਸਾਇਆ ਗਿਆ ਹੈ? ਤਾਂ ਦੇਖੋ ਜੀ ਇੱਥੇ ਬਿਲਕੁਲ ਸੋਕਾ ਪਿਆ ਹੋਇਆ। ਤਾਂ ਇਹ ਪਹਿਲੀ ਕਿਸਮ ਆ ਮਾਰੂਥਲੀ ਬਨਸਪਤੀ, ਜਿੱਥੇ ਪਾਣੀ ਦੀ ਬਹੁਤ ਜ਼ਿਆਦਾ ਘਾਟ ਸਾਨੂੰ ਦੇਖਣ ਨੂੰ ਮਿਲਦੀ ਹੈ। ਤਾਂ ਵਣਾਂ ਬਾਰੇ ਪੈਰਾ ਜਿਹੜਾ ਤੁਹਾਨੂੰ ਇਹਦੇ ਵਿੱਚੋਂ ਸਵਾਲ ਨੇ। ਪੈਰੇ ਦੇ ਵਿੱਚ ਦੇਖੋ ਜੀ, ਹੇਠ ਲਿਖਿਆਂ ਵਿੱਚੋਂ ਕਿਹੜੀ ਮਨੁੱਖੀ ਗਤੀਵਿਧੀ ਮਾਰੂਥਲੀ ਖੇਤਰ ਨੂੰ ਵਧਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਪਾ ਰਹੀ ਹੈ? ਤੀਸਰਾ ਆਪਸ਼ਨ ਵਣਾਂ ਦੀ ਕਟਾਈ ਕਰਕੇ ਹੈ ਜਿਹੜਾ ਮਾਰੂਥਲੀ ਖੇਤਰ ਵੱਧ ਰਿਹਾ ਹੈ, ਬਿਲਕੁਲ ਸਹੀ। 15ਵਾਂ ਸਵਾਲ, ਜੰਗਲਾਂ ਦੀ ਸੰਭਾਲ ਕਿਉਂ ਜ਼ਰੂਰੀ ਹੈ? ਉਪਰੋਕਤ ਸਾਰੇ ਕਾਰਨਾਂ ਕਰਕੇ, ਕਿਉਂਕਿ ਜੰਗਲ ਵਰਖਾ ਲਿਆਉਣ ਦੇ ਵਿੱਚ ਸਹਾਇਕ ਹੁੰਦੇ ਹਨ, ਸਹੀ। ਜੰਗਲ ਜੰਗਲੀ ਜੀਵਾਂ ਦਾ ਨਿਵਾਸ ਸਥਾਨ ਹਨ, ਬਿਲਕੁਲ ਸਹੀ। ਜੰਗਲਾਂ ਤੋਂ ਜੜੀ ਬੂਟੀ ਅਤੇ ਕੀਮਤੀ ਲੱਕੜ ਪ੍ਰਾਪਤ ਹੁੰਦੀ ਹੈ, ਬਿਲਕੁਲ ਸਹੀ। ਇਸ ਲਈ ਉਪਰੋਕਤ ਸਾਰੇ ਫੈਕਟਰ ਸਹੀ ਹਨ। ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।